ਸ੍ਰੀ ਵਾਹਿਗੁਰੂ ਸਾਹਿਬ ਜੀ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਅੰਦਰ ਸੱਚਾ ਨਿਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ। ਜਾ ਗੁਰ ਦੇਖਾ ਸਾਮਣੇ, ਦਰਸ਼ਨ ਬਿਆਸੀ ਦਿਨ ਰਾਤ। ਚਿਤ ਬਉ ਅਨ ਦਿਨ ਨੀਤਾ, ਖੋਲ ਕਪਟ ਗੁਰਮੀ ਲੀਆ। ਨਾਨਕ ਹਰਿ ਸੰਗ ਮੀਤਾ, ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਬਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਦਾ ਖਾਸ ਸਰੂਪ ਸਾਧ ਸੰਗਤ ਜੀਓ। ਆਪ ਸਰਬੱਤ ਸਿੱਖ ਸੰਗਤ ਧੰਨਤਾ ਦੇ ਯੋਗ ਹੈ। ਵਧਾਈ ਦੀ ਪਾਤਰ ਹੈ ਸਮੁੱਚੀ ਸਿੱਖ ਸੰਗਤ, ਜੋ ਆਪ ਜੀ ਨੇ ਉਦਮ ਉਪਰਾਲੇ ਕੀਤੇ ਨੇ। ਅੰਮ੍ਰਿਤ ਵੇਲੇ ਉੱਠ ਕੇ ਤਨ ਦਾ ਇਸ਼ਨਾਨ ਕਰਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ, ਸੋ ਵੱਡੇ ਭਾਗ ਨੇ ਸਾਧ ਸੰਗਤ ਜੀ। ਆਓ ਰਲ ਮਿਲ ਕੇ ਸਤਿਗੁਰਾਂ ਦੇ ਬਚਨਾਂ ਦੇ ਨਾਲ ਸਾਂਝ ਪਾਈਏ। ਜੋ ਅੱਜ ਬਚਨ ਆਪਾਂ ਸਾਂਝੇ ਕਰਾਂਗੇ, ਉਹ ਧੰਨ ਧੰਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਨੇ। ਅੱਜ ਦੇ ਇਹਨਾਂ ਬਚਨਾਂ ਦੇ ਨਾਲ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਗੌੜੀ ਮਹਲਾ ਪੰਜਵਾ, ਦੁਰਲਭ ਦੀ ਪਾਈ ਬੜ ਭਾਗੀ, ਨਾਮ ਨਾ ਜਪੈ ਤੇ ਆਤਮ ਘਾਤੀ। ਗੌੜੀ ਮੁਹੱਲਾ ਪੰਜਵਾ। ਦੁਰਲਭ ਦੀ ਪਾਈ ਬੜ ਭਾਗੀ, ਨਾਮ ਨਾ ਜਪੇ ਤੇ ਆਤਮ ਘਾਤੀ। ਦੇਹ ਦਾ ਭਾਵ ਹੁੰਦਾ ਹੈ ਮਨੁੱਖਾ ਸਰੀਰ, ਦੁਰਲਭ ਦਾ ਭਾਵ ਹੁੰਦਾ ਹੈ ਮੁਸ਼ਕਲ ਦੇ ਨਾਲ ਮਿਲਣ ਵਾਲੀ। ਆਤਮ ਘਾਤੀ ਦਾ ਭਾਵ ਹੁੰਦਾ ਹੈ ਆਪਣੇ ਆਤਮਾ ਦਾ ਨਾਸ ਕਰਨ ਵਾਲੇ। ਸਤਿਗੁਰੂ ਅਰਜਨ ਦੇਵ ਮਹਾਰਾਜ ਇਸ ਸ਼ਬਦ ਦੀ ਸ਼ੁਰੂਆਤ ਇਹਨਾਂ ਬਚਨਾਂ ਦੇ ਨਾਲ ਕਰਦੇ ਨੇ, ਤੇ ਜਿਹੜੇ ਰਹਾਉ ਵਾਲੀਆਂ ਪੰਕਤੀਆਂ ਨੇ ਉਹਨਾਂ ਦੇ ਦੁਆਰਾ ਸਤਿਗੁਰੂ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਮਰ ਨਾ ਜਾਹੀ ਜਿਨਾ ਬਿਸਰਤ ਰਾਮ, ਨਾਮ ਬਿਹੂਣਾ ਜੀਵਨ ਕੌਣ ਕਾਮ ਰਹਾਉ। ਮਰ ਨਾ ਜਾਹੀ ਜਿਨਾ ਬਿਸਰਤ ਰਾਮ, ਨਾਮ ਬਿਹੂਣ ਜੀਵਨ ਕੌਣ ਕਾਮ ਰਹਾਉ। ਮਰਨਾ ਜਾਹੀ ਦਾ ਭਾਵ ਹੁੰਦਾ ਹੈ
ਕਿ ਉਹ ਮਰ ਨਹੀਂ ਜਾਂਦੇ, ਉਹ ਜ਼ਰੂਰ ਆਤਮਕ ਮੌਤੇ ਮਰ ਜਾਂਦੇ ਨੇ। ਵੀ ਹੋਣ ਦਾ ਭਾਵ ਹੁੰਦਾ ਸਖਣੇ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਰਹਾਉ ਵਾਲੀਆਂ ਪੰਕਤੀਆਂ ਦੇ ਦੁਆਰਾ ਬਖਸ਼ਿਸ਼ ਕਰਦੇ ਨੇ ਕਿ ਮਰਨਾ ਜਾਹੀ ਜਿਨ੍ਹਾਂ ਵਿਸਰਤ ਰਾਮ, ਨਾਮ ਵਿਹੂਣ ਜੀਵਨ ਕੌਣ ਕਾਮ। ਪਾਤਸ਼ਾਹ ਕਹਿੰਦੇ ਹੇ ਭਾਈ, ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ, ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ, ਉਹ ਜ਼ਰੂਰ ਆਤਮਕ ਮੌਤੇ ਮਰ ਜਾਂਦੇ ਨੇ, ਕਿਉਂਕਿ ਪਰਮਾਤਮਾ ਦੇ ਨਾਮ ਤੋਂ ਵਾਂਝੇ ਰਿਹਾ ਮਨੁੱਖਾ ਜੀਵਨ ਕਿਸੇ ਵੀ ਕੰਮ ਦਾ ਨਹੀਂ। ਜੇ ਇਸ ਮਨੁੱਖਾ ਸਰੀਰ ਦੇ ਰਾਹੀਂ ਪਰਮਾਤਮਾ ਦਾ ਨਾਮ ਨਾ ਜਪਿਆ ਜਾਵੇ, ਪਰਮਾਤਮਾ ਦੀ ਬੰਦਗੀ ਨਾ ਕੀਤੀ ਜਾਵੇ, ਤਾਂ ਪਰਮਾਤਮਾ ਦੇ ਨਾਮ ਤੋਂ ਵਾਂਝੇ ਰਿਹਾ ਮਨੁੱਖਾ ਜੀਵਨ ਕਿਸੇ ਵੀ ਕੰਮ ਦਾ ਨਹੀਂ, ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ। ਤੇ ਸ਼ੁਰੂਆਤ ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਕਰਦੇ ਨੇ ਸ਼ਬਦ ਦੀ। ਪਾਤਸ਼ਾਹ ਕਹਿੰਦੇ ਦੁਰਲਭ ਦੇ ਪਾਈ ਬੜ ਭਾਗੀ, ਨਾਮ ਨ ਜਪੇ ਤੇ ਆਤਮ ਘਾਤੀ। ਸਤਿਗੁਰੂ ਕਹਿੰਦੇ ਹੇ ਭਾਈ, ਇਹ ਦੁਰਲਭ ਮਨੁੱਖਾ ਸਰੀਰ ਵੱਡੇ ਭਾਗਾਂ ਦੇ ਨਾਲ ਮਿਲਦਾ ਹੈ। ਇਹ ਦੁਰਲਭ ਮਨੁੱਖਾ ਸਰੀਰ ਵੱਡੇ ਭਾਗਾਂ ਦੇ ਨਾਲ ਮਿਲਦਾ ਹੈ, ਪਰ ਜਿਹੜੇ ਮਨੁੱਖ ਇਸ ਸਰੀਰ ਪ੍ਰਾਪਤ ਕਰਕੇ ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹ ਆਤਮਕ ਮੌਤ ਸਹੇੜ ਲੈਂਦੇ ਨੇ। ਤੇ ਉਹਨਾਂ ਦਾ ਇਹ ਮਨੁੱਖਾ ਸਰੀਰ, ਇਹ ਸੁੰਦਰ ਸਰੀਰ ਵੀ ਲਾਂਭਯੋਗ ਹੈ, ਜੇ ਇਸ ਸੁੰਦਰ ਸਰੀਰ ਦੇ ਰਾਹੀਂ ਅਸੀਂ ਪਰਮਾਤਮਾ ਦੀ ਬੰਦਗੀ ਨਹੀਂ ਕਰ ਸਕਦੇ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਫਿਰ ਬਖਸ਼ਿਸ਼ ਕਰਦੇ ਨੇ, ਖਾਤ ਪੀਤਾ ਖੇਲਤਾ ਹਸਤ ਵਿਸਥਾਰ, ਕਬਨ ਅਰਥ ਮਿਰਤਕ ਸਿਗਾਰ। ਖਾਤ ਪੀਤ ਖੇਲਤ ਹਸਤ ਵਿਸਥਾਰ, ਕਬਨ ਅਰਥ ਮਿਰਤਕ ਸਿਗਾਰ। ਹਸਤ ਦਾ ਭਾਵ ਹੁੰਦਾ ਹੈ ਹੱਸਦੇ, ਵਿਸਥਾਰ ਦਾ ਭਾਵ ਹੁੰਦਾ ਹੈ ਖਿਲਾਰਾ, ਮਿਰਤਕ ਦਾ ਭਾਵ ਹੁੰਦਾ ਹੈ ਮੁਰਦਾ, ਮਰਿਆ ਹੋਇਆ। ਸਤਿਗੁਰੂ ਕਹਿੰਦੇ ਖਾਤ ਪੀਤ ਖੇਲਤ ਹਸਤ ਵਿਸਥਾਰ, ਕਬਨ ਅਰਥ ਮਿਰਤਕ ਸਿਗਾਰ। ਸਤਿਗੁਰੂ ਕਹਿੰਦੇ ਭਾਈ, ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਮਨੁੱਖ ਖਾਣ ਪੀਣ ਖੇਡਣਾ ਹੱਸਣ ਦੇ ਖਿਲਾਰੇ ਖਿਲਾਰਦੇ ਰਹਿੰਦੇ ਨੇ। ਬਸ ਜਿਹੜੇ ਪਰਮਾਤਮਾ ਦੇ ਨਾਮ ਤੋਂ ਖੁੰਝ ਜਾਂਦੇ ਨੇ, ਪਰਮਾਤਮਾ ਦੇ ਨਾਮ ਤੋਂ ਵਾਂਝੇ ਰਹਿ ਜਾਂਦੇ ਨੇ ਨਾ, ਉਹ ਮਨੁੱਖ ਬਸ ਖਾਣ ਪੀਣ ਦੇ ਐਸੋ ਆਰਾਮ ਦੇ ਵਿੱਚ, ਹੱਸਣ ਖੇਡਣ ਦੇ ਖਿਲਾਰੇ ਦੇ ਵਿੱਚ ਖਿਲਾਰਦੇ ਰਹਿੰਦੇ ਨੇ। ਪਰ ਉਹ ਇਹ ਇਉਂ ਹੈ ਜਿਵੇਂ ਕਿਸੇ ਮੁਰਦੇ ਨੂੰ ਹਾਰ ਸ਼ਿੰਗਾਰ ਲਾਉਣੇ ਤੇ ਮੁਰਦੇ ਨੂੰ ਸ਼ਿੰਗਾਰਨ ਦਾ ਕੋਈ ਲਾਭ ਵੀ ਨਹੀਂ ਹੁੰਦਾ। ਸਾਧ ਸੰਗਤ ਜੀ, ਜਿਹੜਾ ਬੰਦਾ ਮਰ ਹੀ ਗਿਆ, ਉਹਨੂੰ ਜਿੰਨੇ ਮਰਜ਼ੀ ਹਾਰ ਸ਼ਿੰਗਾਰ ਕਰੀ ਜਾਓ, ਉਹਨੇ ਕਿਹੜਾ ਵੇਖਣਾ ਹੁੰਦਾ। ਪਰ ਸਤਿਗੁਰੂ ਕਹਿੰਦੇ ਜਿਹੜੇ ਪਰਮਾਤਮਾ ਦੇ ਨਾਮ ਤੋਂ ਵਾਂਝੇ ਰਹਿ ਜਾਂਦੇ ਨੇ ਨਾ, ਜਿਹੜੇ ਆ ਖਾਣ ਪੀਣ ਦੇ ਵਿੱਚ ਹੱਸਣ ਖੇਡਣ ਦੇ ਵਿੱਚ ਹੀ ਸਮਾਂ ਬਤੀਤ ਕਰ ਦਿੰਦੇ ਨੇ, ਤੇ ਉਹਨਾਂ ਦੀ ਹਾਲਤ ਵੀ ਫਿਰ ਉਸ ਮੁਰਦੇ ਵਾਲੀ ਹੁੰਦੀ ਹੈ, ਜਿਹਨੂੰ ਮੁਰਦੇ ਹੋਏ ਨੂੰ ਜਿਹੜੇ ਸ਼ਿੰਗਾਰ ਕਰਦੇ ਨੇ ਜਿਹੜੇ ਮਨੁੱਖ। ਤੇ ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਫਿਰ ਬਖਸ਼ਿਸ਼ ਕਰਦੇ ਨੇ,
ਜੋ ਨਾ ਸੁਨੈ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਦ ਜੋਨਿ ਮੰਦਾ। ਜੋ ਨਾ ਸੁਨੈ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਦ ਜੋਨ ਤੇ ਮੰਦਾ। ਜਸ ਦਾ ਭਾਵ ਹੁੰਦਾ ਹੈ ਸਿਫਤ ਸਲਾਹ, ਪਰਮਾਨੰਦਾ ਦਾ ਭਾਵ ਹੁੰਦਾ ਹੈ ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ ਪਰਮੇਸ਼ਰ। ਪੰਖੀ ਦਾ ਭਾਵ ਹੁੰਦਾ ਹੈ ਪੰਛੀ, ਤ੍ਰਿਗਦ ਜੋਨ ਦਾ ਭਾਵ ਹੁੰਦਾ ਹੈ ਟੇਢੀਆਂ ਜੂਨਾਂ ਵਾਲੇ, ਟੇਢਾ ਹੋ ਕੇ ਤੁਰਨ ਵਾਲੇ। ਤੇ ਦਾ ਭਾਵ ਹੁੰਦਾ ਹੈ ਤੋਂ। ਪਾਤਸ਼ਾਹ ਕਹਿੰਦੇ ਜੋ ਨਾ ਸੁਣੇ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਦ ਜੋਨ ਤੇ ਮੰਦਾ। ਜਿਹੜੇ ਪਰਮਾਤਮਾ ਦੀ ਬੰਦਗੀ ਨਹੀਂ ਕਰਦੇ, ਜਿਹੜੇ ਪਰਮਾਤਮਾ ਦਾ ਸਿਮਰ ਨਹੀਂ ਕਰਦੇ, ਪਰਮਾਤਮਾ ਦੇ ਨਾਮ ਤੋਂ ਜਿਹੜੇ ਖੁੰਝੇ ਹੋਏ ਨੇ, ਜਿਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪਰਮੇਸ਼ਰ ਦੀ ਸਿਫਤ ਸਲਾਹ ਨਹੀਂ ਸੁਣਦੇ, ਪਰਮਾਤਮਾ ਦੀ ਵਡਿਆਈ ਦੀ ਕਥਾ ਨਹੀਂ ਸੁਣ ਸਕਦੇ, ਉਹ ਪਸ਼ੂ ਪੰਛੀ ਤੋਂ ਟੇਢੇ ਹੋ ਕੇ ਤੁਰਨ ਵਾਲੇ ਜੀਵਾਂ ਦੀਆਂ ਜੂਨਾਂ ਦੇ ਤੋਂ ਵੀ ਭੈੜੇ ਮਨੁੱਖ ਨੇ। ਉਹ ਜਿਹੜੇ ਪਰਮਾਤਮਾ ਦੀ ਸਿਫਤ ਸਲਾਹ ਹੀ ਨਹੀਂ ਸੁਣ ਸਕਦੇ, ਪਰਮਾਤਮਾ ਦੀ ਵਡਿਆਈ ਨਹੀਂ ਸੁਣ ਸਕਦੇ, ਜਿਹੜੇ ਮਨੁੱਖ ਆ ਉਹ ਪਸ਼ੂ ਪੰਛੀ ਤੇ ਟੇਢੇ ਹੋ ਕੇ ਤੁਰਨ ਵਾਲੇ ਜੀਵਾਂ ਦੀਆਂ ਜੂਨਾਂ ਤੋਂ ਵੀ ਉਹ ਐਸੇ ਮਨੁੱਖ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭੈੜੇ ਮਨੁੱਖ ਨੇ। ਉਹ ਕਹੋ ਨਾਨਕ ਗੁਰ ਮੰਤਰ ਦ੍ਰਿੜਾਏ ਹਾਂ, ਕੇਵਲ ਨਾਮ ਰਿਦ ਮਾਹੀ ਸਮਾਇਆ। ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ, ਕੇਵਲ ਨਾਮ ਰਿਦ ਮਾਹੀ ਸਮਾਇਆ। ਸਤਿਗੁਰੂ ਅਰਜਨ ਦੇਵ ਮਹਾਰਾਜ ਇਸ ਸ਼ਬਦ ਦੀਆਂ ਲਾਸਟ ਪੰਕਤੀਆਂ ਦੇ ਵਿੱਚ ਬਖਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਹੇ ਨਾਨਕ, ਆਖ ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਨੇ ਆਪਣਾ ਉਪਦੇਸ਼ ਪੱਕਾ ਕਰ ਦਿੱਤਾ ਹੈ ਨਾ, ਉਸ ਦੇ ਹਿਰਦੇ ਵਿੱਚ ਸਿਰਫ ਪਰਮਾਤਮਾ ਦਾ ਨਾਮ ਹੀ ਸਦਾ ਵਾਸਤੇ ਟਿਕਿਆ ਰਹਿੰਦਾ ਹੈ। ਇਹ ਮਨੁੱਖਾ ਸਰੀਰ ਐਡਾ ਅਮੋਲਕ ਹੈ, ਐਡੀ ਦੁਰਲੱਭ ਵਸਤੂ ਹੈ ਜੋ ਬੜੀ ਕੀਮਤੀ ਹੈ, ਤੇ ਅਸੀਂ ਗੁਰਮੁਖੋ ਇਸ ਦੀ ਕਿੰਨੀ ਕੀ ਕਦਰ ਕਰਦੇ ਹਾਂ। ਤੇ ਅੱਗੇ ਸਤਿਗੁਰੂ ਫਿਰ ਬਖਸ਼ ਕਰਦੇ ਨੇ, ਗੌੜੀ ਮਹਲਾ ਪੰਜਵਾ। ਕਾਕੀ ਮਾਈ ਕਾਕੂ ਬਾਪ, ਨਾਮ ਤਾਰੀਕ ਝੂਠੇ ਸਭ ਸਾਕ। ਗੌੜੀ ਮਹੱਲਾ ਪੰਜਵਾ। ਕਾਕੀ ਮਾਈ ਕਾਕੋ ਬਾਪ, ਨਾਮ ਤਰੀਕ ਝੂਠੇ ਸਭ ਸਾਕ। ਸਤਿਗੁਰੂ ਅਰਜਨ ਦੇਵ ਮਹਾਰਾਜ ਸ਼ਬਦ ਦੀ ਸ਼ੁਰੂਆਤ ਇਹਨਾਂ ਬਚਨਾਂ ਦੇ ਨਾਲ ਕਰਦੇ ਨੇ। ਜੋ ਰਹਾਉ ਵਾਲੀਆਂ ਪੰਕਤੀਆਂ ਨੇ ਉਹਨਾਂ ਦੇ ਦੁਆਰਾ ਸਤਿਗੁਰੂ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਕਾਹੀ ਕਉ ਮੂਰਖ ਪਖਲਾਇਆ, ਮਿਲ ਸੰਜੋਗਾ ਹੁਕਮ ਤੂੰ ਆਇਆ। ਕਾਹੇ ਕਉ ਮੂਰਖ ਪਖਲਾਇਆ, ਮਿਲ ਸੰਜੋਗ ਹੁਕਮ ਤੂੰ ਆਇਆ। ਰਹਾਉ। ਕਾਹੇ ਕਉ ਦਾ ਭਾਵ ਹੁੰਦਾ ਹੈ ਕਿਉਂ। ਮੂਰਖ ਦਾ ਭਾਵ ਹੁੰਦਾ ਹੈ ਮੂਰਖ। ਪਖਲਾਇਆ ਦਾ ਭਾਵ ਹੁੰਦਾ ਹੈ ਵਰਡਾਉਂਦਾ ਹੈ,
ਸੁਪਨਿਆਂ ਦੇ ਅਸਰ ਹੇਠ ਬੋਲ ਰਿਹਾ ਹੈ। ਮਿਲਦਾ ਭਾਵ ਹੁੰਦਾ ਹੈ ਮਿਲ ਕੇ, ਸੰਜੋਗ ਦਾ ਭਾਵ ਹੁੰਦਾ ਹੈ ਪਿਛਲੇ ਕੀਤੇ ਕਰਮਾਂ ਦੇ ਸੰਜੋਗ ਦੇ ਅਨੁਸਾਰ। ਹੁਕਮ ਦਾ ਭਾਵ ਹੁੰਦਾ ਹੈ ਪਰਮਾਤਮਾ ਦੀ ਰਜ਼ਾ ਦੇ ਨਾਲ, ਪਰਮਾਤਮਾ ਦੇ ਭਾਣੇ ਦੇ ਨਾਲ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਬਖਸ਼ਿਸ਼ ਕਰਦੇ ਨੇ ਕਿ ਕਾਹੇ ਕੋ ਮੂਰਖ ਪਖਲਾਇਆ, ਮਿਲ ਸੰਜੋਗ ਹੁਕਮ ਤੂੰ ਆਇਆ। ਪਾਤਸ਼ਾਹ ਕਹਿੰਦੇ ਹੇ ਮੂਰਖ, ਤੂੰ ਕਿਉਂ ਬਿਲਕ ਰਿਹਾ ਹੈ? ਤੂੰ ਕਿਉਂ ਬਿਲਕ ਰਿਹਾ ਹੈ? ਜਿਵੇਂ ਸੁਪਨੇ ਦੇ ਅਸਰ ਹੇਠ ਬੋਲ ਰਿਹਾ ਹੈ। ਤੈਨੂੰ ਇਹ ਅਕਲ ਨਹੀਂ ਕਿ ਤੂੰ ਪਰਮਾਤਮਾ ਦੇ ਹੁਕਮ ਦੇ ਵਿੱਚ ਪਿਛਲੇ ਸੰਜੋਗ ਦੇ ਅਨੁਸਾਰ ਇਹਨਾਂ ਮਾਂ ਪਿਓ ਆਦਿਕ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਸੰਸਾਰ ਦੇ ਵਿੱਚ ਆਏ ਹੈ। ਆਹ ਗੱਲ ਨੂੰ ਸਮਝ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਕਾਹੇ ਕੋ ਮੂਰਖ ਪਖਲਾਇਆ। ਹੇ ਮੂਰਖ ਬੰਦਿਆ, ਤੂੰ ਕਿਉਂ ਬਿਲਕ ਰਿਹਾ ਹੈ? ਜਿਵੇਂ ਸੁਪਨੇ ਦੇ ਅਸਰ ਹੇਠ ਤੂੰ ਬੋਲ ਰਿਹਾ ਹੈ। ਤੈਨੂੰ ਇਹ ਸੂਝ ਨਹੀਂ ਕਿ ਤੂੰ ਪਰਮਾਤਮਾ ਦੇ ਹੁਕਮ ਦੇ ਵਿੱਚ ਪਿਛਲੇ ਸੰਜੋਗ ਦੇ ਅਨੁਸਾਰ ਇਹਨਾਂ ਮਾਂ ਪਿਓ ਆਦਿਕ ਸੰਬੰਧੀਆਂ ਦੇ ਨਾਲ ਮਿਲ ਕੇ ਇਹ ਜਗਤ ਵਿੱਚ ਆਇਆ। ਤੂੰ ਇਸ ਸੰਸਾਰ ਦੇ ਵਿੱਚ ਆਇਆ। ਜਿਤਨਾ ਚਿਰ ਇਹ ਸੰਜੋਗ ਕਾਇਮ ਹੈ, ਉਤਨਾ ਚਿਰ ਹੀ ਇਹਨਾਂ ਸੰਬੰਧੀਆਂ ਦੇ ਨਾਲ ਤੇਰਾ ਮੇਲ ਰਹਿ ਸਕਦਾ ਹੈ। ਜਿਹੜਾ ਪਰਮਾਤਮਾ ਦਾ ਹੁਕਮ ਲਿਖਿਆ ਹੋਇਆ ਤੇਰੇ ਮੱਥੇ ਤੇ, ਉਹਨਾਂ ਚਿਰ ਹੀ ਇਹ ਸੰਜੋਗ ਕਾਇਮ ਰਹਿ ਸਕਦਾ ਇਹਨਾਂ ਰਿਸ਼ਤੇਦਾਰਾਂ ਦੇ ਨਾਲ। ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਇਸ ਸਭ ਦੀ ਸ਼ੁਰੂਆਤ ਇਹਨਾਂ ਬਚਨਾਂ ਦੇ ਨਾਲ ਕਰਦੇ ਨੇ। ਪਾਤਸ਼ਾਹ ਕਹਿੰਦੇ, ਕਾਕੀ ਮਾਈ ਕਾਕੂ ਬਾਪ, ਨਾਮ ਤਰੀਕ ਝੂਠੇ ਸਭ ਸਾਕ। ਸਤਿਗੁਰੂ ਕਹਿੰਦੇ ਅਸਲ ਵਿੱਚ ਸਦਾ ਲਈ ਨਾ ਕੋਈ ਕਿਸੇ ਦੀ ਮਾਂ ਹੈ ਤੇ ਨਾ ਕੋਈ ਕਿਸੇ ਦਾ ਪਿਓ ਹੈ। ਕਾਕੀ ਮਾਈ ਕਾਕੂ ਬਾਪ, ਅਸਲ ਵਿੱਚ ਸਦਾ ਦੇ ਲਈ, ਸਦਾ ਨਿਭਣ ਵਾਲੀ ਨਾ ਤਾਂ ਕਿਸੇ ਦੀ ਕੋਈ ਮਾਂ ਹੈ ਤੇ ਨਾ ਕਿਸੇ ਦਾ ਪਿਓ ਹੈ। ਮਾਂ ਪਿਓ ਪੁੱਤਰ ਇਸਤਰੀ ਆਦਿਕ ਇਹ ਸਾਰੇ ਸਾਕ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਸਦਾ ਕਾਇਮ ਰਹਿਣ ਵਾਲੇ ਨਹੀਂ। ਇਹ ਤਾਂ ਕਹਿਣ ਮੰਤਰੀ ਨੇ ਸਾਰੇ ਵੀ ਮੇਰੀ ਮਾਂ, ਮੇਰਾ ਪਿਓ, ਮੇਰੀ ਘਰ ਵਾਲੀ, ਮੇਰਾ ਪੁੱਤਰ। ਪਾਤਸ਼ਾਹ ਕਹਿੰਦੇ ਕਿਰਤ ਕਰਮ ਕੀ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਇਹ ਸਾਡੇ ਰਿਸ਼ਤੇ ਨਾਤੇ ਸਾਡੇ ਕਰਮਾਂ ਦੇ ਅਨੁਸਾਰ, ਸਾਡੇ ਸੰਜੋਗਾਂ ਦੇ ਨਾਲ ਸਾਨੂੰ ਮਿਲੇ ਹੋਏ ਨੇ। ਪਰ ਅਸਲ ਗੱਲ ਇਹ ਹੈ ਕਿ ਇਹਨਾਂ ਦੇ ਵਿੱਚੋਂ ਸਾਡਾ ਸਦਾ ਸਾਥ ਨਿਭਣ ਵਾਲਾ ਕੋਈ ਨਹੀਂ ਹੈ। ਇਹ ਕਹਿਣ ਮਾਤਰੀ ਸਾਰੇ ਰਿਸ਼ਤੇ ਨਾਤੇ ਨੇ। ਸੁਣੋ ਅਗਲੇ ਬਚਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ। ਏਕਾ ਮਾਟੀ ਏਕਾ ਜੋਤ, ਏਕੋ ਪਵਨ ਕਹਾ ਕੌਣ ਰੋਤ। ਏਕਾ ਮਾਟੀ ਏਕਾ ਜੋਤ, ਏਕੋ ਪਵਨ ਕਹਾ ਕੌਣ ਰੋਤ। ਏਕਾ ਦਾ ਭਾਵ ਹੁੰਦਾ ਸਭ ਜੀਵਾਂ ਦੀ ਇੱਕੋ ਹੀ ਹਾਲਤ। ਕਹਾ ਦਾ ਭਾਵ ਹੁੰਦਾ ਕਿੱਥੇ। ਰੋਤ ਦਾ ਭਾਵ ਹੁੰਦਾ ਰੋਵੇ। ਪਾਤਸ਼ਾਹ ਕਹਿੰਦੇ ਏਕਾ ਮਾਟੀ ਏਕਾ ਜੋਤ, ਏਕੋ ਪਵਨ ਕਹਾ ਕੌਣ ਰੋਤ। ਸਤਿਗੁਰੂ ਕਹਿੰਦੇ ਹੇ ਭਾਈ, ਸਭ ਜੀਵਾਂ ਦੀ ਇੱਕੋ ਹੀ ਮਿੱਟੀ ਹੈ। ਮਾਸ ਸਾਰਿਆਂ ਦਾ ਇੱਕੋ ਹੀ ਹੈ ਨਾ, ਸਾਰੇ ਇੱਕੋ ਮਿੱਟੀ ਤੋਂ ਬਣੇ ਹੋਏ ਨੇ ਨਾ।
ਸਾਰਿਆਂ ਦੀ ਬਣਤਰ ਵੀ ਇੱਕੋ ਜਿਹੀ ਬਣੀ ਹੋਈ ਹੈ ਨਾ। ਸਭ ਜੀਵਨ ਦੀ ਇੱਕੋ ਹੀ ਮਿੱਟੀ ਹੈ ਤੇ ਸਭ ਜੀਵਾਂ ਦੇ ਵਿੱਚ ਕਰਤਾਰ ਦੀ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਇੱਕੋ ਹੀ ਜੋਤ ਜਗ ਰਹੀ ਹੈ ਸਾਰਿਆਂ ਜੀਵਾਂ ਦੇ ਵਿੱਚ। ਸਾਰੇ ਅਸੀਂ ਇੱਕ ਮਿੱਟੀ ਦੇ ਬਣੇ ਹੋਏ ਹਾਂ। ਸਾਨੂੰ ਸਾਰਿਆਂ ਨੂੰ ਉਸ ਪਰਮੇਸ਼ਰ ਨੇ ਪੈਦਾ ਕੀਤਾ ਹੈ। ਸਾਡੇ ਸਾਰਿਆਂ ਦੇ ਵਿੱਚ ਉਸ ਪਰਮੇਸ਼ਰ ਦੀ ਜੋਤ ਜਗ ਰਹੀ ਹੈ ਤੇ ਸਭ ਦੇ ਵਿੱਚ ਇੱਕੋ ਹੀ ਪ੍ਰਾਣ ਚੱਲ ਰਹੇ ਨੇ। ਸਾਹ ਸਾਰਿਆਂ ਨੂੰ ਇੱਕੋ ਜਿਹੇ ਆ ਰਹੇ ਨੇ ਨਾ। ਜਿਤਨਾ ਚਿਰ ਇਹ ਸੰਜੋਗ ਕਾਇਮ ਹੈ ਉਤਨਾ ਚਿਰ ਇਹ ਸਰੀਰ ਦੇ ਜੋ ਪੰਜੇ ਤੱਤਾਂ ਤੋਂ ਸਰੀਰ ਬਣਿਆ, ਇਹ ਤੱਤ ਇਕੱਠੇ ਨੇ। ਜਦੋਂ ਸਾਡਾ ਸੰਜੋਗ ਮੁੱਕ ਗਿਆ, ਸਾਡਾ ਲੇਖਾ ਜੋਖਾ ਪੂਰਾ ਹੋ ਗਿਆ, ਦਿੱਤਾ ਹੋਇਆ ਸਮਾਂ ਪੂਰਾ ਹੋ ਗਿਆ, ਸਾਡਾ ਸੰਜੋਗ ਮੁੱਕ ਜਾਣ ਤੇ ਇਹ ਸਾਡੇ ਸਰੀਰਕ ਤੱਤ ਵੱਖ-ਵੱਖ ਹੋ ਜਾਂਦੇ ਨੇ। ਆਤਮਾ ਵੱਖ ਹੋ ਜਾਂਦੀ ਹੈ, ਹਵਾ, ਪਾਣੀ, ਇਹ ਸਭ ਗੁਰੂ ਪਾਤਸ਼ਾਹ ਕਹਿੰਦੇ ਵੱਖ-ਵੱਖ ਹੋ ਜਾਂਦੇ ਨੇ ਜਦੋਂ ਸਾਡਾ ਦਿੱਤਾ ਹੋਇਆ ਸਮਾਂ ਪੂਰਾ ਹੋ ਜਾਂਦਾ ਹੈ। ਕਿਸੇ ਨੂੰ ਕਿਸੇ ਵਾਸਤੇ ਰੋਣ ਦੀ ਲੋੜ ਨਹੀਂ ਪੈਂਦੀ। ਕਿਸੇ ਦੇ ਮਰ ਜਾਣ ਤੇ ਸਤਿਗੁਰੂ ਕਹਿੰਦੇ ਰੋਣਾ ਵੀ ਨਹੀਂ ਚਾਹੀਦਾ ਭਾਈ। ਕਿਸੇ ਵਾਸਤੇ ਰੋਣ ਦੀ ਲੋੜ ਨਹੀਂ ਤੇ ਰੋਣ ਦਾ ਵੀ ਕੋਈ ਲਾਭ ਨਹੀਂ ਜਦੋਂ ਕੋਈ ਚੜ੍ਹਾਈ ਕਰ ਜਾਂਦਾ, ਜਦੋਂ ਕੋਈ ਮਰ ਜਾਂਦਾ। ਉਹਨਾਂ ਵਾਸਤੇ ਰੋਣਾ ਵੀ ਬੇਫਜ਼ੂਲ ਹੈ, ਸਤਿਗੁਰੂ ਕਹਿੰਦੇ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਫਿਰ ਬਖਸ਼ੇ ਕਰਦੇ ਨੇ, ਮੇਰਾ ਮੇਰਾ ਕਰ ਬਿਲ ਲਾਹੀ, ਮਰਨ ਹਾਰ ਇਹੋ ਜੀਆਰਾ ਨਾਹੀ। ਮੇਰਾ ਮੇਰਾ ਕਰ ਬਿਲ ਲਾਹੀ, ਮਰਨ ਹਾਰ ਇਹੋ ਜੀਆਰਾ ਨਾਹੀ। ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਵਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਕਿਸੇ ਰਿਸ਼ਤੇਦਾਰ ਦੇ ਵਿਛੋੜੇ ਤੇ ਲੋਕ ਮੇਰਾ ਮੇਰਾ ਕਰਕੇ ਉਹਦੇ ਬਾਬਤ ਰੋਂਦੇ ਨੇ ਜਦੋਂ ਕੋਈ ਮਰ ਜਾਂਦਾ। ਜਦੋਂ ਕੋਈ ਪ੍ਰਾਣੀ ਦਿੱਤੇ ਹੋਏ ਸੰਜੋਗ ਦੇ ਮਿਲੇ ਹੋਏ ਸੰਜੋਗ ਨੂੰ ਪੂਰਾ ਕਰਕੇ ਚੜ੍ਹਾਈ ਕਰ ਜਾਂਦਾ ਹੈ ਨਾ, ਫਿਰ ਉਹਦੇ ਰਿਸ਼ਤੇਦਾਰ ਉਹਨੂੰ, ਉਹਦੇ ਪਿਆਰੇ ਉਹਨੂੰ ਯਾਦ ਕਰ ਕਰਕੇ ਰੋਂਦੇ ਨੇ, ਬਿਲਕਦੇ ਨੇ। ਪਰ ਇਹ ਨਹੀਂ ਸਮਝਦੇ ਕਿ ਸਦਾ ਲਈ ਕੋਈ ਕਿਸੇ ਦਾ ਮੇਰਾ ਨਹੀਂ ਹੈ। ਰੋਣ ਵਾਲੇ ਵੀ ਇਹ ਨਹੀਂ ਸਮਝਦੇ ਕਿ ਸਦਾ ਵਾਸਤੇ ਕੌਣ ਕਿਸੇ ਦਾ ਰਹਿ ਸਕਦਾ ਹੈ। ਔਰ ਮੂਏ ਕਿਆ ਰੋਈਏ ਜੋ ਆਪਾ ਫਿਰ ਨਾ ਰਹਾਏ। ਸਤਿਗੁਰੂ ਕਹਿੰਦੇ ਹੋਰਾਂ ਦੇ ਮਰਨ ਤੇ ਕੀ ਫਾਇਦਾ ਰੋਣ ਦਾ। ਆਪਾਂ ਕਿਹੜਾ ਸਦਾ ਕਾਇਮ ਰਹਿਣਾ ਹੈ। ਜਦੋਂ ਆਪਣਾ ਮਿਲਿਆ ਹੋਇਆ ਸੰਜੋਗ ਪੂਰਾ ਹੋ ਗਿਆ, ਸਮਾਂ ਪੂਰਾ ਹੋ ਗਿਆ, ਤੇ ਆਪਾਂ ਵੀ ਸੰਸਾਰ ਨੂੰ ਛੱਡ ਕੇ ਇੱਕ ਦਿਨ ਚਲੇ ਜਾਣਾ। ਪਰ ਰੋਣ ਵਾਲੇ ਇਹ ਨਹੀਂ ਸਮਝਦੇ ਕਿ ਸਦਾ ਲਈ ਕੋਈ ਕਿਸੇ ਦਾ ਮੇਰਾ ਨਹੀਂ ਹੈ ਤੇ ਆਹ ਜਿਹੜਾ ਜੀਵ ਆਤਮਾ ਨਾ ਇਹ ਮਰਨ ਵਾਲਾ ਨਹੀਂ। ਸਤਿਗੁਰੂ ਕਹਿੰਦੇ ਅਸੀਂ ਕਹਿੰਦੇ ਕੋਈ ਮਰ ਗਿਆ, ਅਸੀਂ ਸਮਝਦੇ ਜਦੋਂ ਕੋਈ ਮਰ ਗਿਆ, ਸਤਿਗੁਰੂ ਕਹਿੰਦੇ ਅਸਲ ਵਿੱਚ ਮਰਦਾ ਕੋਈ ਨਹੀਂ ਹੁੰਦਾ। ਜੋ ਸਾਡੇ ਸਰੀਰ ਵਿੱਚ ਸਵਾਸ ਨੇ ਉਹ ਹਵਾ ਵਿੱਚ ਮਿਲ ਜਾਂਦੇ ਨੇ। ਜੀਵ ਆਤਮਾ ਪਰਮਾਤਮਾ ਦੇ ਨਾਲ ਮਿਲ ਜਾਂਦੀ ਹੈ। ਸਰੀਰ ਦੀ ਮਿੱਟੀ ਧਰਤੀ ਦੀ ਮਿੱਟੀ ਦੇ ਨਾਲ ਮਿਲ ਜਾਂਦੀ ਹੈ। ਮਾਟੀ ਮਾਟੀ ਹੋਈ ਏਕ, ਰੋਬਣ ਹਾਰੇ ਕੀ ਕਬਨ ਟੇਕਾ। ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਮਰਦਾ ਕੋਈ ਨਹੀਂ। ਸਾਡੇ ਸਵਾਸ ਹਵਾ ਵਿੱਚ ਚਲੇ ਜਾਂਦੇ ਨੇ। ਜੀਵ ਆਤਮਾ ਪਰਮਾਤਮਾ ਦੇ ਨਾਲ ਭੇਦ ਹੋ ਜਾਂਦੀ ਹੈ। ਧਰਤੀ ਦੀ ਮਿੱਟੀ ਦੇ ਨਾਲ ਸਾਡੀ ਸਰੀਰ ਦੀ ਮਿੱਟੀ ਮਿਲ ਜਾਂਦੀ ਹੈ।
ਇਹ ਹਾਲਤ ਹੈ ਸਾਡੀ। ਪਰ ਸਤਿਗੁਰੂ ਕਹਿੰਦੇ ਕਿਸੇ ਨੂੰ ਕਿਸੇ ਦੇ ਵਿਛੋੜੇ ਤੇ ਕਿਸੇ ਦੇ ਮਰਨ ਤੇ ਕਦੇ ਵੀ ਨਹੀਂ ਰੋਣਾ ਚਾਹੀਦਾ। ਕਹੋ ਨਾਨਕ ਗੁਰ ਖੋਲੀ ਕਪਾਟ, ਮੁਕਤ ਪਾਈ ਬਿਨਸੈ ਭ੍ਰਮ ਥਾਟ। ਸਤਿਗੁਰੂ ਅਰਜਨ ਦੇਵ ਮਹਾਰਾਜ ਸਬਦੀਆਂ ਲਾਸਟ ਪੰਕਤੀਆਂ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਕਹੋ ਨਾਨਕ ਗੁਰ ਖੋਲੀ ਕਪਾਟ, ਮੁਕਤ ਭਾਈ ਬਿਨਸੀ ਭ੍ਰਮ ਥਾਟ। ਗੁਰ ਦਾ ਭਾਵ ਹੁੰਦਾ ਹੈ ਗੁਰੂ ਨੇ, ਕਪਾਟ ਦਾ ਭਾਵ ਹੁੰਦਾ ਹੈ ਕਬਾੜ, ਭਰਮ ਦੇ ਪੜਦੇ। ਭਰਮ ਦਾ ਭਾਵ ਹੁੰਦਾ ਹੈ ਭਟਕਣਾ, ਥਾਟ ਦਾ ਭਾਵ ਹੁੰਦਾ ਹੈ ਬਨਾਵਟਾਂ ਪਸਾਰੇ। ਕਹੋ ਨਾਨਕ ਗੁਰ ਖੋਲੇ ਕਪਾਟ, ਮੁਕਤ ਭਾਈ ਬਿਨਸੀ ਭ੍ਰਮ ਥਾਟ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸਬਦੀਆਂ ਲਾਸਟ ਪੰਕਤੀਆਂ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਹੇ ਨਾਨਕ, ਆਖ ਜਿਨ੍ਹਾਂ ਮਨੁੱਖਾਂ ਦੇ ਮਾਇਆ ਦੇ ਮੋਹ ਦੇ ਨਾਲ ਜਕੜੇ ਹੋਏ ਕਬਾੜ ਗੁਰੂ ਨੇ ਖੋਲ ਦਿੱਤੇ ਨੇ, ਜਿਨ੍ਹਾਂ ਦੇ ਭਰਮ ਭੁਲੇਖੇ ਗੁਰੂ ਨੇ ਦੂਰ ਕਰ ਦਿੱਤੇ ਨੇ, ਉਹ ਮੋਹ ਦੇ ਬੰਧਨਾਂ ਤੋਂ ਸੁਤੰਤਰ ਹੋ ਗਏ। ਉਹਨਾਂ ਦੇ ਮੋਹ ਦੀ ਭਟਕਣਾ ਵਾਲੇ ਸਾਰੇ ਪਸਾਰੇ ਮੁੱਕ ਗਏ, ਜਿਨ੍ਹਾਂ ਨੇ ਗੁਰੂ ਦੇ ਕਪਾਟ ਖੋਲ੍ਹਤੇ, ਜਿਨ੍ਹਾਂ ਨੂੰ ਗੁਰੂ ਦਾ ਗਿਆਨ ਆ ਗਿਆ, ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰ ਲਿਆ, ਸਾਧ ਸੰਗਤ ਜੀ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਿਆ ਨਾ, ਉਹਨਾਂ ਦੇ ਸਾਰੇ ਭਰਮ ਭੁਲੇਖੇ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਦੂਰ ਹੋ